ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮਿਲ USA TV ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੇਸ਼ ਹਾਂ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। 28 ਲੱਖ ਲਓ ਤੇ ਛੱਡ ਦਿਓ ਸਾਡਾ ਦੇਸ਼, ਪ੍ਰਵਾਸੀਆਂ ਨੂੰ ਇਸ ਦੇਸ਼ ਨੇ ਦਿੱਤੀ ਵੱਖਰੀ ਆਫਰ। ਹੈਰਿਸ ਨੇ ਰਿਪਬਲਿਕਨ ਪਾਰਟੀ ਨੂੰ ਵੋਟ ਪਾਉਣ ਵਾਲਿਆਂ ਨੂੰ ਕੀਤੀ ਦੇਸ਼ ਨੂੰ ਅੱਗੇ ਰੱਖਣ ਦੀ ਅਪੀਲ। ਪੂਰੀ ਦੁਨੀਆ ਲਈ ਚੰਗਾ ਦਿਨ, ਹਮਾਸ ਨੇਤਾ ਸਿਨਵਰ ਦੀ ਹੱਤਿਆ ਤੇ ਬੋਲੇ ਜੋ ਬਾਈਡਨ। ਅਮਰੀਕਾ ਨੇ 2 ਭਾਰਤੀਆਂ ਤੇ ਲਗਾਈ ਪਾਬੰਦੀ। ਇੰਗਲਿਸ਼ ਚੈਨਲ 'ਚ ਡੁੱਬੀ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ, ਡੋਂਕੀ ਲਗਾ ਬ੍ਰਿਟੇਨ ਜਾਣ ਦੀ ਕਰ ਰਹੀ ਸੀ ਕੋਸ਼ਿਸ਼। ਕੈਨੇਡਾ ਦੇ ਨਾਲ ਵਿਵਾਦ ਵਧਿਆ ਤਾਂ ਕਿ ਭਾਰਤ ਨਾਲ ਰਿਸ਼ਤੇ ਵਿਗਾੜ ਲੈਣਗੇ ਅਮਰੀਕਾ ਸਮੇਤ ਹੋਰ ਪੱਛਮੀ ਤਾਕਤਾਂ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਸਵੀਡਨ ਦੇ ਮਾਈਗ੍ਰੇਸ਼ਨ ਮੰਤਰੀ ਜੋਹਾਨ ਨੇ ਹਾਲ ਹੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ 'ਚ ਐਲਾਨ ਕੀਤਾ ਸੀ ਕਿ ਸਵੀਡਨ ਛੱਡਣ ਵਾਲੇ ਪ੍ਰਵਾਸੀਆਂ ਨੂੰ ਵੱਡੀਆਂ ਰਕਮਾਂ ਦਿੱਤੀਆਂ ਜਾਣਗੀਆਂ ਤਾਂ ਜੋ ਉਹ ਆਪਣੇ ਦੇਸ਼ ਜਾਂ ਆਪਣੀ ਪਸੰਦ ਦੇ ਕਿਸੇ ਹੋਰ ਦੇਸ਼ ਜਾ ਕੇ ਉੱਥੇ ਜੀਵਨ ਸ਼ੁਰੂ ਕਰ ਸਕਣ। ਦਰਅਸਲ ਪਿਛਲੇ ਕੁਝ ਸਮੇਂ 'ਚ ਇੰਨੇ ਸ਼ਰਨਾਰਥੀ ਸਵੀਡਨ ਆਏ ਹਨ ਕਿ ਉੱਥੇ ਦੇ ਲੋਕ ਚਿੰਤਿਤ ਮਹਿਸੂਸ ਕਰਨ ਲੱਗ ਪਏ ਹਨ। ਖਾਸ ਕਰਕੇ ਮੱਧ ਪੂਰਬ ਤੇ ਹੋਰ ਮੁਸਲਿਮ ਦੇਸ਼ਾਂ ਤੋਂ ਆਏ ਸ਼ਰਨਾਰਥੀਆਂ ਦੀ ਆਬਾਦੀ ਉੱਥੇ ਦੀ ਕੁੱਲ ਆਬਾਦੀ ਦਾ 8.1% ਤੱਕ ਪਹੁੰਚ ਗਈ ਹੈ। ਅਜਿਹੇ 'ਚ ਉਹ ਬਾਹਰੀ ਲੋਕਾਂ ਨੂੰ ਘੱਟ ਕਰਨ ਦੇ ਲਈ ਪ੍ਰੋਤਸਾਹਨ ਦੇਣ ਵਰਗੇ ਕਦਮ ਚੁੱਕ ਰਹੇ ਹਨ। ਸਵੀਡਨ ਦੀ ਕੁੱਲ ਆਬਾਦੀ ਲਗਭਗ 10.5 ਮਿਲੀਅਨ ਹੈ। ਇਨ੍ਹਾਂ 'ਚੋਂ 20 ਲੱਖ ਲੋਕ ਬਾਹਰੀ ਹਨ ਅਤੇ ਇਸ 'ਚ ਹੀ 0.5% ਮੁਸਲਿਮ ਦੇਸ਼ਾਂ ਦੇ ਸ਼ਰਨਾਰਥੀ ਹਨ। ਸਾਲ 2015 'ਚ ਇਸ ਦੇਸ਼ ਨੇ ਲਗਭਗ 2.5 ਲੱਖ ਸ਼ਰਨਾਰਥੀਆਂ ਨੂੰ ਠਹਿਰਾਇਆ, ਜੋ ਕਿ ਇਸ ਦੀ ਮੂਲ ਆਬਾਦੀ ਦੇ ਮੁਕਾਬਲੇ ਬਹੁਤ ਜ਼ਿਆਦਾ ਸੀ। ਇਹ ਵੱਧਦੀ ਆਬਾਦੀ ਨਾ ਸਿਰਫ ਦੇਸ਼ ਦੇ ਆਰਥਿਕ ਢਾਂਚੇ ਨੂੰ ਪ੍ਰਭਾਵਿਤ ਕਰ ਰਹੀ ਹੈ, ਸਮਾਜਿਕ ਸੱਭਿਆਚਾਰਕ ਢਾਂਚਾ ਵੀ ਇਸ ਤੋਂ ਅਣਛੋਇਆ ਨਹੀਂ ਹੈ। ਸਵੀਡਨ 'ਚ ਖੁੱਲ੍ਹੇਪਨ ਦੀ ਥਾਂ ਕੱਟੜਵਾਦ ਲੈ ਰਿਹਾ ਹੈ। ਸਥਾਨਕ ਲੋਕਾਂ ਦਾ ਡਰ ਇਸ ਗੱਲ ਤੋਂ ਵੀ ਵੱਧ ਗਿਆ ਹੈ ਕਿ ਇਸਲਾਮਿਕ ਸਟੇਟ ਦੇ ਸਿਖਰ ਦੌਰਾਨ ਇਕੱਲੇ ਸਵੀਡਨ ਤੋਂ 300 ਤੋਂ ਵੱਧ ਲੋਕ ਅੱਤਵਾਦੀ ਬਣ ਕੇ ਇਰਾਕ ਅਤੇ ਸੀਰੀਆ ਚਲੇ ਗਏ। ਪਰ ਕੈਪੀਟਾ ਦੇ ਹਿਸਾਬ ਦੇ ਨਾਲ ਸਵੀਡਨ ਯੂਰਪ ਤੋਂ ਸਭ ਤੋਂ ਵੱਧ ਜਿਹਾਦੀ ਭੇਜਣ ਵਾਲੇ ਦੇਸ਼ਾਂ 'ਚ ਸ਼ਾਮਲ ਹੈ। ਇਸ ਗੱਲ ਨੇ ਸਵੀਡਿਸ਼ ਲੋਕਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਨੂੰ ਡਰ ਸਤਾਉਣ ਲੱਗਾ ਹੈ ਕਿ ਉਹਨਾਂ ਦੇ ਬੱਚਿਆਂ ਤੇ ਵੀ ਕੱਟੜਵਾਦ ਦਾ ਪ੍ਰਭਾਵ ਵੱਧ ਸਕਦਾ ਹੈ। ਇਸ ਦੌਰਾਨ ਸਵੀਡਨ 'ਚ ਕਈ ਦੱਖਣ-ਪੰਥੀ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਅਤੇ ਪ੍ਰਵਾਸੀਆਂ ਤੇ ਪਾਬੰਦੀ ਦੀ ਮੰਗ ਕਰਨ ਲੱਗ ਪਈਆਂ। ਇਨ੍ਹਾਂ 'ਚ ਸਵੀਡਨ ਦੇ ਡੈਮੋਕ੍ਰੇਟ ਸਿਖਰ ਤੇ ਰਹੇ। ਉਸਨੇ ਸੱਤਾਧਾਰੀ ਪਾਰਟੀ ਨਾਲ ਇੱਕ ਸਮਝੌਤਾ ਕੀਤਾ ਜਿਸ ਵਿੱਚ ਉਹ ਪ੍ਰਵਾਸੀਆਂ ਦੇ ਮੁੱਦੇ ਤੇ ਨੀਤੀਆਂ ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਸਵੀਡਨ ਸਰਕਾਰ ਨੇ ਵੱਡਾ ਫੈਸਲਾ ਲਿਆ। ਉਸਨੇ ਫੈਸਲਾ ਕੀਤਾ ਕਿ ਬਾਹਰੀ ਲੋਕਾਂ ਨੂੰ ਦੇਸ਼ ਛੱਡਣ ਲਈ ਉਤਸ਼ਾਹਿਤ ਕਰਨ ਦੇ ਲਈ ਪ੍ਰੋਤਸਾਹਨ ਦਿੱਤਾ ਜਾਣਾ ਚਾਹੀਦਾ ਹੈ। ਅਮਰੀਕਾ ਦੀ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਰਿਪਬਲਿਕਨ ਪਾਰਟੀ ਦੇ 100 ਤੋਂ ਵੱਧ ਸਾਬਕਾ ਅਧਿਕਾਰੀਆਂ ਦੀ ਮੌਜੂਦਗੀ 'ਚ ਪਾਰਟੀ ਦੇ ਸਮਰਥਕਾਂ ਨੂੰ ਦੇਸ਼ ਨੂੰ ਅੱਗੇ ਵਧਾਉਣ ਅਤੇ ਡੋਨਲਡ ਟਰੰਪ ਨੂੰ ਛੱਡਣ ਦੀ ਅਪੀਲ ਕੀਤੀ। ਉਸਨੇ ਰਿਪਬਲਿਕਨ ਵੋਟਰਾਂ ਨੂੰ ਕਿਹਾ ਕਿ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ 'ਚ ਉਹਨਾਂ ਦੀ ਪਾਰਟੀ ਦੇਸ਼ ਭਗਤਾਂ ਦੀ ਪਸੰਦ ਹੈ, ਕਿਉਂਕਿ ਟਰੰਪ ਇੱਕ ਅਸਥਿਰ ਵਿਅਕਤੀ ਹੈ ਜੋ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਤਬਾਹ ਕਰ ਦੇਵੇਗਾ ਜੇਕਰ ਉਹ ਦੂਜੀ ਵਾਰ ਰਾਸ਼ਟਰਪਤੀ ਬਣਦੇ ਹਨ। ਹੈਰਿਸ ਨੇ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਮਰੀਕਾ ਨੂੰ ਇਸ ਚੇਤਾਵਨੀ ਵੱਲ ਧਿਆਨ ਦੇਣਾ ਚਾਹੀਦਾ ਹੈ। ਹੈਰਿਸ ਨੇ ਕਿਹਾ ਕਿ ਜੋ ਲੋਕ ਡੋਨਲਡ ਟਰੰਪ ਵਾਂਗ ਸਾਡੀਆਂ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਕੁਚਲਣ ਤੇ ਅਮਰੀਕੀ ਸੰਵਿਧਾਨ ਨੂੰ ਖਤਮ ਕਰਨ ਦਾ ਸੱਦਾ ਦਿੰਦੇ ਹਨ, ਉਹਨਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਦੌਰਾਨ ਟਰੰਪ ਨੇ ਫਲੋਰੀਡਾ ਦੇ ਮਿਆਮੀ 'ਚ ਲਾਤੀਨੀ ਅਮਰੀਕੀ ਵੋਟਰਾਂ ਨੂੰ ਸੰਬੋਧਨ ਕੀਤਾ। ਇਹ ਇੱਕ ਅਜਿਹਾ ਸਮੂਹ ਹੈ ਜੋ ਇਤਿਹਾਸਕ ਤੌਰ ਤੇ ਡੈਮੋਕ੍ਰੈਟਿਕ ਪਾਰਟੀ ਵੱਲ ਝੁਕਿਆ ਹੋਇਆ ਹੈ, ਪਰ ਰਿਪਬਲਿਕਨਾਂ ਨੇ ਇਸ ਸਮੂਹ 'ਚ ਦਾਖਲਾ ਲਿਆ ਹੈ। ਟਰੰਪ ਲਾਤੀਨੀ ਵੋਟਰਾਂ ਨੂੰ ਲੁਭਾਉਣ ਦੇ ਲਈ ਸਖਤ ਮਿਹਨਤ ਕਰ ਰਹੇ ਹਨ। ਉਧਰ ਹੀ ਉਹਨਾਂ ਨੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ 'ਚ ਰਹਿ ਰਹੇ ਪ੍ਰਵਾਸੀਆਂ ਦੇ ਸਮੂਹਿਕ ਦੇਸ਼ ਨਿਕਾਲੇ ਦੇ ਆਪਣੇ ਸੱਦੇ ਦਾ ਬਚਾਅ ਕੀਤਾ। ਉਹਨਾਂ ਨੇ ਦੇਸ਼ ਦੇ ਸਭ ਤੋਂ ਵੱਡੇ ਸਪੈਨਿਸ਼ ਭਾਸ਼ਾ ਨੈਟਵਰਕ ਯੂਨੀਵਿਜ਼ਨ ਤੇ ਟਾਊਨ ਹਾਲ ਵਰਗੇ ਪ੍ਰੋਗਰਾਮ ਦੌਰਾਨ ਪ੍ਰਵਾਸੀ ਕਾਮਿਆਂ ਦੀ ਜ਼ਰੂਰਤ ਲਈ ਵੀ ਸਹਿਮਤੀ ਪ੍ਰਗਟਾਈ। ਉਹਨਾਂ ਨੇ ਕਿਹਾ, ਸਾਨੂੰ ਕਾਮਿਆਂ ਦੀ ਲੋੜ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਉਹ ਆਉਣ, ਪਰ ਉਹਨਾਂ ਨੂੰ ਕਾਨੂੰਨੀ ਤੌਰ ਤੇ ਆਉਣਾ ਪਏਗਾ ਅਤੇ ਉਹਨਾਂ ਨੂੰ ਸਾਡੇ ਦੇਸ਼ ਨੂੰ ਪਿਆਰ ਕਰਨਾ ਪਵੇਗਾ।
ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਇਜ਼ਰਾਈਲੀ ਫੌਜਾਂ ਵੱਲੋਂ ਹਮਾਸ ਦੇ ਨੇਤਾ ਯਾਹਿਆ ਸਿਨਵਰ ਨੂੰ ਮਾਰਨਾ ਇਜ਼ਰਾਈਲ, ਅਮਰੀਕਾ ਅਤੇ ਪੂਰੀ ਦੁਨੀਆ ਲਈ ਚੰਗਾ ਦਿਨ ਹੈ। ਬਾਈਡਨ ਨੇ ਕਿਹਾ ਕਿ ਸਿਨਵਰ ਦੀ ਮੌਤ ਹਮਾਸ ਲਈ ਇਜ਼ਰਾਈਲੀ ਬੰਦਕਾਂ ਨੂੰ ਮੁਕਤ ਕਰਨ ਅਤੇ ਗਾਜ਼ਾ ਵਿੱਚ ਸਾਲ ਭਰ ਤੋਂ ਚੱਲੀ ਜੰਗ ਨੂੰ ਖਤਮ ਕਰਨ ਦਾ ਇੱਕ ਮੌਕਾ ਹੈ। ਇੱਕ ਬਿਆਨ ਵਿੱਚ ਬਾਈਡਨ ਨੇ ਇਸ ਘਟਨਾ ਦੀ ਤੁਲਨਾ ਅਲ-ਕਾਇਦਾ ਦੇ ਅੱਤਵਾਦੀ ਓਸਾਮਾ ਬਿਨ ਲਾਦੇਨ ਦੇ ਮਾਰੇ ਜਾਣ ਤੋਂ ਬਾਅਦ ਅਮਰੀਕਾ ਵਿੱਚ ਮਹਿਸੂਸ ਕੀਤੀ ਗਈ ਭਾਵਨਾ ਨਾਲ ਕੀਤੀ। ਲਾਦੇਨ 11 ਸਤੰਬਰ 2001 ਨੂੰ ਅਮਰੀਕਾ ਤੇ ਹੋਏ ਹਮਲਿਆਂ ਦਾ ਦੋਸ਼ੀ ਸੀ। ਬਾਈਡਨ ਨੇ ਕਿਹਾ ਕਿ 7 ਅਕਤੂਬਰ 2023 ਨੂੰ ਇਜ਼ਰਾਈਲ ਤੇ ਹਮਲੇ ਦੇ ਮਾਸਟਰਮਾਈਂਡ ਦੀ ਮੌਤ ਇੱਕ ਵਾਰ ਫਿਰ ਸਾਬਤ ਕਰਦੀ ਹੈ ਕਿ ਦੁਨੀਆ ਵਿੱਚ ਕਿਤੇ ਵੀ ਕੋਈ ਵੀ ਅੱਤਵਾਦੀ ਇਨਸਾਫ ਤੋਂ ਬਚ ਨਹੀਂ ਸਕਦਾ, ਭਾਵੇਂ ਕਿੰਨਾ ਵੀ ਸਮਾਂ ਲੱਗ ਜਾਵੇ। ਬਾਈਡਨ ਨੇ ਕਿਹਾ ਕਿ ਉਹ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਹੋਰ ਇਜ਼ਰਾਈਲੀ ਨੇਤਾਵਾਂ ਦੇ ਨਾਲ ਗੱਲ ਕਰਨਗੇ ਅਤੇ ਉਹਨਾਂ ਨੂੰ ਵਧਾਈ ਦੇਣਗੇ ਅਤੇ ਬੰਦਕਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਵਾਪਸ ਕਰਨ ਅਤੇ ਇਸ ਯੁੱਧ ਨੂੰ ਹਮੇਸ਼ਾ ਲਈ ਖਤਮ ਕਰਨ ਦੇ ਤਰੀਕਿਆਂ ਤੇ ਚਰਚਾ ਕਰਨਗੇ। ਅਮਰੀਕਾ ਨੇ ਇਰਾਨੀ ਤੇਲ ਦੀ ਢੋਆ-ਢੁਆਈ ਮਾਮਲੇ ਵਿੱਚ ਹੁਤੀ ਨੈਟਵਰਕ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿੱਚ 18 ਕੰਪਨੀਆਂ ਅਤੇ ਲੋਕਾਂ ਤੇ ਪਾਬੰਦੀ ਲਗਾ ਦਿੱਤੀ ਹੈ। ਪਾਬੰਦੀਸ਼ੁਦਾ ਲੋਕਾਂ ਵਿੱਚ 2 ਭਾਰਤੀ ਵੀ ਸ਼ਾਮਲ ਹਨ। ਦੋਸ਼ ਹੈ ਕਿ ਇਸ ਤੇਲ ਦੀ ਢੋਆ-ਢੁਆਈ ਤੋਂ ਹੋਣ ਵਾਲੀ ਆਮਦਨ ਹੁਤੀ ਸੰਗਠਨ ਨੂੰ ਇਜ਼ਰਾਈਲ ਤੇ ਹਮਲਾ ਕਰਨ ਅਤੇ ਲਾਲ ਸਾਗਰ ਖੇਤਰ 'ਚ ਸ਼ਿਪਿੰਗ 'ਚ ਵਿਘਨ ਪਹੁੰਚ ਮਦਦ ਕਰਦੀ ਹੈ। ਇਸ ਸਬੰਧ ਵਿੱਚ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਖਜ਼ਾਨਾ ਵਿਭਾਗ ਦੇ ਵਿਦੇਸ਼ ਸੰਪਤੀ ਨਿਯੰਤਰਣ ਦਫ਼ਤਰ ਨੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਕੁਦਮ ਫੋਰਸ ਦੀ ਹਮਾਇਤ ਪ੍ਰਾਪਤ ਹੁਤੀ ਦੇ ਵਿੱਤੀ ਅਧਿਕਾਰੀ ਸੈਦ ਅਲ ਜਮਾਲ ਅਤੇ ਉਸ ਦੇ ਨੈਟਵਰਕ ਨਾਲ ਸੰਬੰਧਿਤ ਕੰਪਨੀਆਂ ਅਤੇ ਗੈਰ ਕਾਨੂੰਨੀ ਤੇਲ ਦੀ ਢੋਆ-ਢੁਆਈ ਵਿੱਚ ਸ਼ਾਮਲ ਜਹਾਜ਼ਾਂ ਦੇ ਕਪਤਾਨਾਂ ਤੇ ਪਾਬੰਦੀ ਲਗਾ ਦਿੱਤੀ ਹਨ। 18 ਪਾਬੰਦੀਸ਼ੁਦਾ ਕੰਪਨੀਆਂ ਵਿੱਚ ਮਾਰਸ਼ਲ ਆਈਲੈਂਡਸ ਰਜਿਸਟਰਡ ਚਾਂਗਟਾਈ ਸ਼ਿਪਿੰਗ ਐਂਡ ਮੋਸ਼ਨ ਨੈਵੀਗੇਸ਼ਨਸ ਲਿਮਟਿਡ ਅਤੇ UAE ਸਥਿਤ ਇੰਡੋ ਗਲਫ ਸ਼ਿਪ ਮੈਨੇਜਮੈਂਟ ਵੀ ਸ਼ਾਮਲ ਹਨ। ਵਿੱਤ ਵਿਭਾਗ ਮੁਤਾਬਕ ਪਾਬੰਦੀਸ਼ੁਦਾ ਦੋਵੇਂ ਭਾਰਤੀ ਨਾਗਰਿਕ ਇੰਡੋ ਗਲਫ ਸ਼ਿਪ ਮੈਨੇਜਮੈਂਟ ਨਾਲ ਜੁੜੇ ਹੋਏ ਹਨ। ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ UAE ਅਤੇ ਭਾਰਤ ਵਿੱਚ ਰਹਿਣ ਵਾਲਾ ਇੱਕ ਭਾਰਤੀ ਨਾਗਰਿਕ ਰਾਹੁਲ ਰਤਨਲਾਲ ਇੰਡੋ ਗਲਫ ਸ਼ਿਪ ਮੈਨੇਜਮੈਂਟ ਦਾ ਮੈਨੇਜਿੰਗ ਡਾਇਰੈਕਟਰ ਹੈ। ਉਸਨੇ ਸੁਰੱਖਿਅਤ ਸਮੁੰਦਰੀ ਜਹਾਜ਼ ਪ੍ਰਬੰਧਨ ਅਤੇ ਔਰਮ ਸ਼ਿਪ ਪ੍ਰਬੰਧਨ ਕੰਪਨੀਆਂ ਵਿੱਚ ਇੱਕ ਮੈਨੇਜਰ ਵਜੋਂ ਵੀ ਕੰਮ ਕੀਤਾ ਹੈ, ਜੋ ਕਿ ਇਰਾਨੀ ਰੱਖਿਆ ਮੰਤਰਾਲੇ ਅਤੇ ਆਰਮਡ ਫੋਰਸਿਸ ਲੌਜਿਸਟਿਕਸ ਵਿਭਾਗ ਅਤੇ ਅਲ ਜਮਾਲ ਨੈਟਵਰਕ ਲਈ ਇਰਾਨੀ ਤੇਲ ਦੀ ਆਵਾਜਾਈ ਵਿੱਚ ਸ਼ਾਮਲ ਹਨ। ਉਧਰ ਹੀ ਰਿਲੀਜ਼ ਅਨੁਸਾਰ ਹਾਂਗਕਾਂਗ ਅਤੇ ਭਾਰਤ ਵਿੱਚ ਰਹਿ ਰਹੇ ਭਾਰਤੀ ਨਾਗਰਿਕ ਦੀਪਾਂਕਰ ਮੋਹਨ ਕਿਊਟ ਇੰਡੋ ਗਲਫ ਸ਼ਿਪ ਮੈਨੇਜਮੈਂਟ ਦੇ ਤਕਨੀਕੀ ਪ੍ਰਬੰਧਕ ਵਜੋਂ ਕੰਮ ਕਰ ਰਹੇ ਹਨ। ਇਸ ਭੂਮਿਕਾ ਵਿੱਚ ਉਹ ਕੰਪਨੀ ਦੀ ਮਲਕੀਅਤ ਵਾਲੇ ਜਹਾਜ਼ਾਂ ਦੇ ਬਜਟ ਅਤੇ ਖਰਚਿਆਂ ਸਮੇਤ ਜਹਾਜ਼ ਦੇ ਸੰਚਾਲਨ ਦੀ ਨਿਗਰਾਨੀ ਕਰਨ ਲਈ ਜ਼ਿੰਮੇਵਾਰ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪਾਬੰਦੀਆਂ ਤਹਿਤ ਕੰਪਨੀਆਂ ਅਤੇ ਸੰਬੰਧਿਤ ਲੋਕਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਇਸ ਸਿਲਸਿਲੇ 'ਚ ਜਹਾਜ਼ ਦੇ ਕਪਤਾਨ ਅਲੀ ਬਰਖੋਦਾਰ ਅਤੇ ਵਾਹਿਦ ਉੱਲਾ ਦੁਰਾਨੀ ਤੇ ਵੀ ਅਲ ਜਮਾਲ ਨੈਟਵਰਕ ਨੂੰ ਵਿੱਤੀ ਜਾਂ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇੰਗਲਿਸ਼ ਚੈਨਲ ਨੂੰ ਪਾਰ ਕਰਕੇ ਬ੍ਰਿਟੇਨ ਵੱਲ ਜਾਣ ਦੀ ਕੋਸ਼ਿਸ਼ ਦੌਰਾਨ ਇੱਕ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬ ਗਈ। ਫਰਾਂਸ ਦੇ ਸਮੁੰਦਰੀ ਅਧਿਕਾਰੀਆਂ ਨੇ ਕਿਹਾ ਕਿ ਇਸ ਹਾਦਸੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਹੈ ਅਤੇ 65 ਲੋਕਾਂ ਨੂੰ ਬਚਾ ਲਿਆ ਗਿਆ। ਉਧਰ ਹੀ ਵੀਰਵਾਰ ਦੇਰ ਰਾਤ ਫਰਾਂਸੀਸੀ ਬਚਾਅ ਕਰਮੀਆਂ ਨੇ ਦੇਖਿਆ ਕਿ ਓਵਰਲੋਡਡ ਕਿਸ਼ਤੀ ਮੁਸ਼ਕਲ ਵਿੱਚ ਸੀ ਅਤੇ ਕਈ ਲੋਕ ਸਮੁੰਦਰ ਵਿੱਚ ਸਨ। ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਚਾਅ ਕਰਮਚਾਰੀਆਂ ਨੇ ਉਹਨਾਂ ਨੂੰ ਪਾਣੀ ਤੋਂ ਬਾਹਰ ਕੱਢਣ ਲਈ ਹੋਰ ਕਿਸ਼ਤੀਆਂ ਦੀ ਵਰਤੋਂ ਕੀਤੀ ਅਤੇ 65 ਲੋਕਾਂ ਨੂੰ ਬਚਾਇਆ। ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਜਦੋਂ ਖੋਜ ਜਾਰੀ ਸੀ, ਬਚਾਅ ਕਰਮਚਾਰੀਆਂ ਨੂੰ ਇੱਕ ਬੱਚਾ ਮਿਲਿਆ ਜੋ ਬੇਹੋਸ਼ ਸੀ ਅਤੇ ਬਾਅਦ ਵਿੱਚ ਇੱਕ ਡਾਕਟਰ ਦੁਆਰਾ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਬਚਾਏ ਗਏ ਪ੍ਰਵਾਸੀਆਂ ਨੂੰ ਸਿਹਤ ਸੰਭਾਲ ਸੇਵਾਵਾਂ ਅਤੇ ਸਰਹੱਦੀ ਪੁਲਿਸ ਦੁਆਰਾ ਬੁਲੇਗਨੇਸ਼ ਸੁਰਮੇਰ ਦੀ ਫਰਾਂਸੀਸੀ ਬੰਦਰਗਾਹ ਤੇ ਵਾਪਸ ਲਿਆਂਦਾ ਗਿਆ। ਦੱਸ ਦਈਏ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ 2 ਵੱਖ-ਵੱਖ ਘਟਨਾਵਾਂ ਵਿੱਚ 2 ਸਾਲ ਦੇ ਬੱਚੇ ਸਮੇਤ 4 ਪ੍ਰਵਾਸੀਆਂ ਦੀ ਮੌਤ ਹੋ ਗਈ ਸੀ। ਇਹ ਘਟਨਾਵਾਂ ਇਸੇ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੌਰਾਨ ਹੋਈਆਂ ਸਨ। ਪਿਛਲੇ ਮਹੀਨੇ ਚੈਨਲ ਵਿੱਚ ਕਈ ਕਿਸ਼ਤੀਆਂ ਦੇ ਡੁੱਬਣ ਨਾਲ ਘੱਟੋ-ਘੱਟ 20 ਪ੍ਰਵਾਸੀਆਂ ਦੀ ਮੌਤ ਹੋ ਗਈ ਸੀ। ਖਾਲਿਸਤਾਨੀ ਆਗੂ ਹਰਦੀਪ ਨਿੱਜਰ ਦੇ ਕਤਲ ਦੇ ਮਾਮਲੇ 'ਚ ਭਾਵੇਂ ਕੈਨੇਡਾ 5 ਆਈਜ਼ ਦੇ ਮੈਂਬਰ ਦੇਸ਼ਾਂ ਨੂੰ ਨਾਲ ਲੈ ਕੇ ਭਾਰਤ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਮੌਜੂਦਾ ਸਮੇਂ 'ਚ ਭਾਰਤ ਨੇ ਖੁਦ ਨੂੰ ਵਿਸ਼ਵ ਪੱਧਰ ਤੇ ਇੰਨਾ ਜ਼ਿਆਦਾ ਮਜ਼ਬੂਤ ਕਰ ਲਿਆ ਹੈ ਕਿ ਦੁਨੀਆ ਭਰ ਦੇ ਦੇਸ਼ ਉਸ ਨੂੰ ਸਲਾਮ ਕਰਦੇ ਹਨ। ਅਜਿਹੀ ਸਥਿਤੀ 'ਚ ਇਹ ਸਵਾਲ ਉੱਠਣਾ ਸੁਭਾਵਕ ਹੈ ਕਿ ਕੀ ਵਿਵਾਦ ਵਧਣ ਤੇ ਪੱਛਮੀ ਦੇਸ਼ ਇੱਕ ਇਕੱਲੇ ਕੈਨੇਡਾ ਕਾਰਨ ਭਾਰਤ ਨਾਲ ਆਪਣੇ ਰਿਸ਼ਤੇ ਵਿਗਾੜ ਲੈਣਗੇ। ਮਾਹਰਾਂ ਦਾ ਮੰਨੀਏ ਤਾਂ ਅਮਰੀਕਾ ਸਮੇਤ ਹੋਰ ਤਾਕਤਵਰ ਪੱਛਮੀ ਦੇਸ਼ ਨਹੀਂ ਚਾਹੁੰਦੇ ਕਿ ਕੈਨੇਡਾ ਵਿੱਚ ਇੱਕ ਖਾਲਿਸਤਾਨੀ ਆਗੂ ਦੇ ਮਾਰੇ ਜਾਣ ਤੋਂ ਬਾਅਦ ਪੈਦਾ ਹੋਇਆ ਵਿਵਾਦ
ਭਾਰਤ ਨਾਲ ਉਹਨਾਂ ਦੇ ਸਬੰਧਾਂ ਵਿੱਚ ਖਟਾਸ ਪੈਦਾ ਕਰੇ। ਇੱਕ ਰਿਪੋਰਟ ਮੁਤਾਬਕ ਜਦੋਂ ਤੋਂ ਰੂਸ ਯੂਕਰੇਨ ਯੁੱਧ ਸ਼ੁਰੂ ਹੋਇਆ ਉਦੋਂ ਤੋਂ ਪੱਛਮੀ ਦੇਸ਼ਾਂ ਦੇ ਮਨ ਵਿੱਚ ਇਹ ਵੀ ਸ਼ੱਕ ਹੈ ਕਿ ਭਾਰਤ ਕਿਤੇ ਰੂਸ ਨਾਲ ਖੜਾ ਨਾ ਹੋ ਜਾਵੇ। ਇਹੀ ਕਾਰਨ ਹੈ ਕਿ ਭਾਰਤ ਰੂਸ ਦੇ ਸਬੰਧਾਂ ਨੂੰ ਲੈ ਕੇ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ ਕੋਈ ਟਿੱਪਣੀ ਨਹੀਂ ਕਰਦੇ। ਇੰਨਾ ਹੀ ਨਹੀਂ ਸਗੋਂ ਜੰਗ ਕਾਰਨ ਰੂਸ ਤੇ ਪਾਬੰਦੀਆਂ ਦੇ ਬਾਵਜੂਦ ਭਾਰਤ ਉਸ ਤੋਂ ਤੇਲ ਖਰੀਦ ਰਿਹਾ ਹੈ। ਦੁਨੀਆ ਦੀ ਸਭ ਤੋਂ ਜ਼ਿਆਦਾ ਆਬਾਦੀ ਨਾਲ ਭਾਰਤ ਦੁਨੀਆ ਦੀ 5ਵੀਂ ਵੱਡੀ ਅਰਥਵਿਵਸਥਾ ਹੈ ਅਤੇ ਤੀਜੇ ਸਥਾਨ ਤੇ ਆਉਣ ਦੀ ਤਿਆਰੀ ਕਰ ਰਿਹਾ ਹੈ। ਮਾਮਲੇ ਨਾਲ ਜੁੜੇ ਮਾਹਰ ਵੀ ਕੈਨੇਡਾ ਅਤੇ ਭਾਰਤ ਵਿਚਾਲੇ ਪੈਦਾ ਹੋਏ ਵਿਵਾਦ ਨੂੰ ਸਿਆਸਤ ਤੋਂ ਪ੍ਰੇਰਿਤ ਮੰਨਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਦੀਆਂ ਆਮ ਚੋਣਾਂ ਤੋਂ ਬਾਅਦ ਇਸ ਵਿਵਾਦ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਜਾਵੇਗਾ। ਇਸ ਵਿਵਾਦ ਦੀ ਮਦਦ ਨਾਲ ਸਿੱਖਾਂ ਦਾ ਵੱਡਾ ਵੋਟ ਬੈਂਕ ਹਾਸਲ ਕਰਨ ਦੇ ਲਈ ਜਸਟਿਨ ਟਰੂਡੋ ਸਰਕਾਰ ਜਿਹੜੀ ਹੈ ਉਹ ਦਬਾਅ ਹੇਠ ਭਾਰਤ ਤੇ ਗੰਭੀਰ ਦੋਸ਼ ਲਗਾ ਰਹੇ ਹਨ ਅਤੇ ਭਾਰਤ ਇਹਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਰਿਹਾ ਹੈ। ਹਾਲ ਹੀ ਦੇ ਵਿੱਚ ਹੋਏ ਕਤਲ ਦੇ ਮਾਮਲੇ 'ਚ ਜਦੋਂ ਕੈਨੇਡਾ ਦੀ ਪੁਲਿਸ ਨੇ ਭਾਰਤੀ ਹਾਈ ਕਮਿਸ਼ਨਰ ਸੰਜੇ ਵਰਮਾ ਨੂੰ ਪਰਸਨ ਆਫ ਇੰਟਰਸਟ ਐਲਾਨ ਕੀਤਾ ਤਾਂ ਮਾਮਲਾ ਕਾਫੀ ਗਰਮ ਹੋ ਗਿਆ। ਦੋਵਾਂ ਦੇਸ਼ਾਂ ਨੇ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ। ਭਾਰਤ ਇਸ ਮਾਮਲੇ ਵਿੱਚ ਕੈਨੇਡਾ ਨੂੰ ਜ਼ਿਆਦਾ ਤਵੱਜੋ ਨਹੀਂ ਦੇ ਰਿਹਾ ਹੈ। ਉਧਰ ਹੀ ਇਸ ਕਾਰਨ ਜਸਟਿਨ ਟਰੂਡੋ ਨੇ ਮਾਮਲੇ ਨਾਲ ਸੰਬੰਧਿਤ ਦਸਤਾਵੇਜ਼ਾਂ ਨੂੰ 5 ਆਈਜ਼ ਦੇਸ਼ਾਂ ਨਾਲ ਸਾਂਝਾ ਕੀਤਾ ਅਤੇ ਦੋਸ਼ ਲਾਏ ਕਿ ਭਾਰਤ ਕਤਲ ਦੀ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਹੈ। ਭਾਰਤ ਕਈ ਵਾਰ ਟਰੂਡੋ ਦੇ ਦੋਸ਼ਾਂ ਨੂੰ ਰੱਦ ਕਰ ਚੁੱਕਾ ਹੈ ਅਤੇ ਕੈਨੇਡਾ ਵਿੱਚ ਹੋ ਰਹੀਆਂ ਭਾਰਤ ਵਿਰੋਧੀ ਗਤੀਵਿਧੀਆਂ ਬਾਰੇ ਉਹਨਾਂ ਨੂੰ ਚੇਤਾਵਨੀ ਵੀ ਦੇ ਚੁੱਕਿਆ ਹੈ। ਰਾਸ਼ਟਰੀ ਸੁਰੱਖਿਆ ਦੇ ਨਾਂ ਤੇ ਬਣੇ 5 ਆਈਜ਼ ਕਲੱਬ 'ਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਬ੍ਰਿਟੇਨ ਸ਼ਾਮਲ ਹਨ ਜੋ ਦੁਨੀਆ ਭਰ ਦੀਆਂ ਖੂਫੀਆ ਜਾਣਕਾਰੀਆਂ ਨੂੰ ਇੱਕ ਦੂਜੇ ਨਾਲ ਸਾਂਝਾ ਕਰਦੇ ਹਨ। ਘਟਨਾ ਤੋਂ ਬਾਅਦ ਇਨ੍ਹਾਂ ਦੇਸ਼ਾਂ ਨੇ ਭਾਰਤ ਦੇ ਜਾਂਚ 'ਚ ਸਹਿਯੋਗ ਕਰਨ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਜਸਟਿਨ ਟਰੂਡੋ ਨੇ ਕਤਲ ਦੀ ਜਾਂਚ ਨੂੰ ਲੈ ਕੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਵੀ ਫੋਨ ਕੀਤਾ ਸੀ। ਰਿਪੋਰਟ ਮੁਤਾਬਿਕ ਸਟਾਰਮਰ ਨੇ ਰੂਲ ਆਫ ਲਾ ਨੂੰ ਮਹੱਤਵ ਦੇਣ ਦੀ ਗੱਲ ਕੀਤੀ। ਉਹਨਾਂ ਦੇ ਬਿਆਨ ਵਿੱਚ ਸਿੱਧੇ ਤੌਰ ਤੇ ਕਿਤੇ ਵੀ ਭਾਰਤ ਦਾ ਹਵਾਲਾ ਨਹੀਂ ਦਿੱਤਾ ਗਿਆ। ਇਸ ਵਿੱਚ ਸਿਰਫ ਭਾਰਤ ਤੇ ਲਾਏ ਗਏ ਦੋਸ਼ਾਂ ਦੀ ਕੈਨੇਡਾ ਵਿੱਚ ਚੱਲ ਰਹੀ ਜਾਂਚ ਦਾ ਜ਼ਿਕਰ ਹੈ। ਦੋਵਾਂ ਦੇਸ਼ਾਂ ਨੇ ਨਿੱਜਰ ਕਤਲकांड ਦੀ ਜਾਂਚ ਦੇ ਸਿੱਟੇ ਤੱਕ ਇੱਕ ਦੂਜੇ ਦੇ ਸੰਪਰਕ ਵਿੱਚ ਰਹਿਣ ਦਾ ਵਾਅਦਾ ਕੀਤਾ ਹੈ। ਕੈਨੇਡਾ ਭਾਰਤ ਵਿਚਾਲੇ ਚੱਲ ਰਹੇ ਤਣਾਅ ਤੇ ਬ੍ਰਿਟੇਨ ਵੀ ਕੋਈ ਟਿੱਪਣੀ ਕਰਨ ਲਈ ਤਿਆਰ ਨਹੀਂ ਹੈ। ਇਹ ਵੀ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਹੁਣ ਇੰਨਾ ਮਜ਼ਬੂਤ ਹੈ ਕਿ ਦੁਨੀਆ ਭਰ ਦੇ ਦੇਸ਼ ਇਸ ਨਾਲ ਆਪਣੇ ਰਿਸ਼ਤੇ ਖਰਾਬ ਨਹੀਂ ਕਰਨਾ ਚਾਹੁੰਦੇ ਅਤੇ ਨਿਊਜ਼ੀਲੈਂਡ ਦਾ ਰਵੱਈਆ ਵੀ ਨਰਮ ਦੇਖਿਆ ਜਾ ਰਿਹਾ ਹੈ। ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਵਿੰਸਟਨ ਪੀਟਰਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਹ ਲਿਖਿਆ ਕਿ ਕੈਨੇਡਾ ਨੇ ਨਿਊਜ਼ੀਲੈਂਡ ਨੂੰ ਆਪਣੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਲੋਕਾਂ ਵਿਰੁੱਧ ਹਿੰਸਾ ਅਤੇ ਧਮਕੀਆਂ ਖਿਲਾਫ ਚੱਲ ਰਹੀ ਜਾਂਚ ਦੇ ਆਪਣੇ ਐਲਾਨਾਂ ਬਾਰੇ ਸੂਚਿਤ ਕੀਤਾ ਹੈ। ਉਹਨਾਂ ਨੇ ਲਿਖਿਆ ਕਿ ਕੈਨੇਡਾ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਜਨਤਕ ਤੌਰ ਤੇ ਜਿਨ੍ਹਾਂ ਕਥਿਤ ਅਪਰਾਧਿਕ ਗਤੀਵਿਧੀਆਂ ਦਾ ਜ਼ਿਕਰ ਕੀਤਾ ਗਿਆ ਜੇਕਰ ਉਹ ਸਾਬਤ ਹੋ ਗਈਆਂ ਤਾਂ ਇਹ ਬੇहद ਚਿੰਤਾਜਨਕ ਗੱਲ ਹੋਵੇਗੀ। ਇਸ ਬਿਆਨ ਵਿੱਚ ਵੀ ਭਾਰਤ ਦਾ ਕੋਈ ਜ਼ਿਕਰ ਨਹੀਂ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਪੱਛਮੀ ਦੇਸ਼ ਕਿਸੇ ਵੀ ਹਾਲਤ ਵਿੱਚ ਭਾਰਤ ਨਾਲ ਕੋਈ ਟਕਰਾਅ ਨਹੀਂ ਚਾਹੁੰਦੇ। ਇਸੇ ਤਰ੍ਹਾਂ ਆਸਟ੍ਰੇਲੀਆ ਦੇ ਵਿਦੇਸ਼ ਅਤੇ ਵਪਾਰ ਮੰਤਰਾਲੇ ਨੇ ਵੀ ਟਵਿੱਟਰ ਤੇ ਲਿਖਿਆ ਕਿ ਸਾਡਾ ਸਿਧਾਂਤ ਇਹ ਹੈ ਕਿ ਸਾਰੇ ਦੇਸ਼ਾਂ ਦੇ ਪ੍ਰਭੂਸੱਤਾ ਕਾਨੂੰਨ ਦੇ ਨਿਯਮਾਂ ਦਾ ਸਨਮਾਨ ਹੋਣਾ ਚਾਹੀਦਾ ਹੈ। ਜ਼ਾਹਰ ਹੈ ਕਿ 5 ਆਈਜ਼ ਦੇ ਮੈਂਬਰ ਦੇਸ਼ਾਂ ਨੇ ਆਪਣੇ ਸਾਥੀ ਕੈਨੇਡਾ ਨੂੰ ਗੋਲਮੋਲ ਜਵਾਬ ਦਿੰਦਿਆਂ ਭਾਰਤ ਤੇ ਲੱਗੇ ਦੋਸ਼ਾਂ ਦੀ ਜਾਂਚ 'ਚ ਸਹਿਯੋਗ ਦੀ ਮੰਗ ਕੀਤੀ ਹੈ ਪਰ ਵਿਵਾਦ ਹੋਰ ਡੂੰਘਾ ਹੋਣ ਤੇ ਭਵਿੱਖ ਦੀ ਰਣਨੀਤੀ ਤੇ ਕੁਝ ਵੀ ਨਹੀਂ ਕਿਹਾ ਹੈ। ਇੱਕ ਰਿਪੋਰਟ ਮੁਤਾਬਕ 5 ਆਈਜ਼ ਵੱਲੋਂ ਭਾਰਤ ਤੇ ਦਬਾਅ ਬਣਾਉਣ ਤੋਂ ਬਾਅਦ ਅਮਰੀਕਾ ਸਮੇਤ ਪੱਛਮ ਦੀਆਂ ਹੋਰ ਸ਼ਕਤੀਆਂ ਇਹ ਯਕੀਨੀ ਬਣਾਉਣ ਦੇ ਵਿੱਚ ਜੁਟੀਆਂ ਹੋਈਆਂ ਹਨ ਕਿ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਵਿਵਾਦ ਨਾਲ ਪੱਛਮੀ ਦੇਸ਼ਾਂ ਨਾਲ ਭਾਰਤ ਦੇ ਸਬੰਧ ਖਰਾਬ ਨਾ ਹੋ ਜਾਣ। ਇੱਥੇ ਵਰਣਨਯੋਗ ਹੈ ਕਿ ਤੀਜੀ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ ਜੁਲਾਈ ਮਹੀਨੇ 'ਚ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦਾ ਦੌਰਾ ਕੀਤਾ ਤਾਂ ਅਮਰੀਕਾ ਚਿੰਤਾ ਵਿੱਚ ਪੈ ਗਿਆ। ਭਾਵੇਂ ਅਮਰੀਕਾ ਕੁਝ ਵੀ ਕਹਿਣ ਦੀ ਸਥਿਤੀ ਵਿੱਚ ਨਹੀਂ ਸੀ ਪਰ ਪੈਂਟਾਗਨ ਤੋਂ ਇਹ ਆਵਾਜ਼ ਆਈ ਸੀ ਕਿ ਰੂਸ ਯੂਕਰੇਨ ਜੰਗ ਨੂੰ ਰੋਕਣ ਲਈ ਭਾਰਤ ਨਿਆਂਪੂਰਨ ਸ਼ਾਂਤੀ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰੇਗਾ। ਪਿਛਲੇ ਸਾਲ ਭਾਰਤ ਦੇ ਵਿਦੇਸ਼ ਮੰਤਰੀ ਐਸ ਜਯਸ਼ੰਕਰ ਨੇ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਬਾਰੇ ਯੂਰਪੀਅਨ ਯੂਨੀਅਨ ਦੀ ਵਿਦੇਸ਼ ਨੀਤੀ ਤੇ ਮੁਖੀ ਜੁਸੈਪ ਦੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਸਪਸ਼ਟ ਕੀਤਾ ਸੀ ਕਿ ਭਾਰਤ ਰੂਸ ਤੋਂ ਤੇਲ ਖਰੀਦ ਰਿਹਾ ਹੈ ਅਤੇ ਇਹ ਆਮ ਗੱਲ ਹੈ। ਦਰਅਸਲ ਯੂਰਪੀ ਦੇਸ਼ਾਂ ਨੂੰ ਪਾਬੰਦੀਆਂ ਦੇ ਬਾਵਜੂਦ ਭਾਰਤ ਦਾ ਰੂਸ ਤੋਂ ਤੇਲ ਖਰੀਦਣਾ ਰਾਸ ਨਹੀਂ ਆ ਰਿਹਾ ਹੈ। ਇਸ ਘਟਨਾਕ੍ਰਮ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਸਮੇਤ ਪੱਛਮੀ ਦੇਸ਼ ਭਾਰਤ ਨਾਲ ਆਪਣੇ ਸਬੰਧਾਂ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਹਨ। ਸ਼ਾਇਦ ਇਸ ਲਈ ਅਮਰੀਕਾ ਦੇ ਨਿੱਜਰ ਦੇ ਕਤਲ ਦੀ ਕੈਨੇਡੀਅਨ ਪੁਲਿਸ ਦੀ ਜਾਂਚ ਵਿੱਚ ਭਾਰਤ ਨੂੰ ਸਹਿਯੋਗ ਦੇਣ ਦੀ ਬੇਨਤੀ ਕੀਤੀ ਹੈ ਪਰ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਤਣਾਅ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਾਨੀ ਜੋਲੀ ਨੇ ਕਿਹਾ ਕਿ ਕੈਨੇਡਾ ਵਿੱਚ ਬਾਕੀ ਰਹਿੰਦੇ ਭਾਰਤੀ ਡਿਪਲੋਮੈਟਾਂ ਨੂੰ ਕੈਨੇਡੀਅਨਸ ਜਾਨਾਂ ਨੂੰ ਖਤਰੇ ਵਿੱਚ ਨਾ ਪਾਉਣ ਦੇ ਲਈ ਸਪਸ਼ਟ ਤੌਰ ਤੇ ਨੋਟਿਸ ਦਿੱਤਾ ਗਿਆ ਹੈ, ਕਿਉਂਕਿ ਇੱਕ ਸਿੱਖ ਦੀ ਹੱਤਿਆ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ਾਂ ਨੂੰ ਲੈ ਕੇ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਵੱਧਦਾ ਜਾ ਰਿਹਾ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਕੈਨੇਡਾ ਵੱਲੋਂ ਭਾਰਤ ਦੇ ਹਾਈ ਕਮਿਸ਼ਨਰ ਅਤੇ 5 ਹੋਰ ਡਿਪਲੋਮੈਟਾਂ ਨੂੰ ਕੈਨੇਡਾ ਵਿੱਚ ਸਿੱਖ ਵੱਖਵਾਦੀਆਂ ਖਿਲਾਫ ਹਿੰਸਾ ਅਤੇ ਡਰੋਨ ਧਮਕਾਉਣ ਦੀ ਮੁਹਿੰਮ ਦੇ ਨਾਲ ਜੁੜੇ ਹੋਣ ਦਾ ਦੋਸ਼ ਲਾਉਂਦਿਆਂ ਉਹਨਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਗਿਆ ਸੀ। ਮੈਲਾਨੀ ਜੋਲੀ ਨੇ ਕਿਹਾ ਕਿ ਅਸੀਂ ਆਪਣੇ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਦੇਖਿਆ। ਅੰਤਰਰਾਸ਼ਟਰੀ ਦਮਨ ਦਾ ਉਹ ਪੱਧਰ ਕੈਨੇਡੀਅਨ ਧਰਤੀ ਤੇ ਨਹੀਂ ਹੋ ਸਕਦਾ। ਅਸੀਂ ਇਸ ਨੂੰ ਯੂਰਪ ਵਿੱਚ ਕਿਤੇ ਹੋਰ ਦੇਖਿਆ ਹੈ। ਰੂਸ ਨੇ ਜਰਮਨੀ ਅਤੇ ਯੂਕੇ ਵਿੱਚ ਅਜਿਹਾ ਕੀਤਾ ਹੈ ਅਤੇ ਸਾਨੂੰ ਇਸ ਮੁੱਦੇ ਤੇ ਮਜ਼ਬੂਤੀ ਨਾਲ ਖੜੇ ਹੋਣ ਦੀ ਲੋੜ ਹੈ। ਇਹ ਪੁੱਛੇ ਜਾਣ ਤੇ ਕਿ ਹੋਰ ਭਾਰਤੀ ਡਿਪਲੋਮੈਟਾਂ ਨੂੰ ਕੱਢ ਦਿੱਤਾ ਜਾਵੇਗਾ। ਜੋਲੀ ਨੇ ਕਿਹਾ ਕਿ ਉਹ ਸਪਸ਼ਟ ਤੌਰ ਤੇ ਨੋਟਿਸ ਤੇ ਹਨ। ਇਹਨਾਂ ਵਿੱਚੋਂ 6 ਨੂੰ ਕੱਢ ਦਿੱਤਾ ਗਿਆ ਹੈ, ਜਿਸ ਵਿੱਚ ਓਟਾਵਾ ਦੇ ਹਾਈ ਕਮਿਸ਼ਨਰ ਵੀ ਸ਼ਾਮਲ ਹਨ। ਦੂਸਰੇ ਮੁੱਖ ਤੌਰ ਤੇ ਟੋਰਾਂਟੋ ਅਤੇ ਵੈਂਕੂਵਰ ਦੇ ਸਨ ਅਤੇ ਸਪਸ਼ਟ ਤੌਰ ਤੇ ਅਸੀਂ ਕਿਸੇ ਵੀ ਡਿਪਲੋਮੈਟ ਨੂੰ ਬਰਦਾਸ਼ਤ ਨਹੀਂ ਕਰਾਂਗੇ ਜੋ ਵੀਏਨਾ ਸੰਮੇਲਨ ਦੀ ਉਲੰਘਣਾ ਕਰਦੇ ਹਨ। ਜੋਲੀ ਦੀ ਟਿੱਪਣੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਦੋਸ਼ਾਂ ਦੇ ਵਿਚਕਾਰ ਆਈ ਹੈ ਕਿ ਭਾਰਤੀ ਡਿਪਲੋਮੈਟ ਕਥਿਤ ਤੌਰ ਤੇ ਹਰਦੀਪ ਸਿੰਘ ਨਿੱਜਰ ਦੇ ਕਤਲ ਬ੍ਰਿਟਿਸ਼ ਕੋਲੰਬੀਆ ਵਿੱਚ ਉਸ ਨੂੰ ਗੋਲੀ ਮਾਰ ਕੇ ਉਸ ਦੀ ਕੀਤੀ ਗਈ ਕਾਰਵਾਈਆਂ ਵਿੱਚ ਸ਼ਾਮਲ ਸਨ। ਕੈਨੇਡਾ ਭਾਰਤ ਵਿਚਾਲੇ ਚੱਲ ਰਹੇ ਤਣਾਅ ਕਾਰਨ ਉੱਥੇ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਰਿਸ਼ਤੇ ਨਾ ਸੁਧਰੇ ਤਾਂ ਇਸ ਦਾ ਸਿੱਧਾ ਅਸਰ 2025 ਦੇ ਸਰਦ ਰੁੱਖ ਸੈਸ਼ਨ ਤੇ ਪਵੇਗਾ। ਵਿਦਿਆਰਥੀਆਂ ਦੀ ਦਿਲਚਸਪੀ ਵਿੱਚ 50-60% ਦੀ ਗਿਰਾਵਟ ਆਈ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਗਿਰਾਵਟ ਸਿਰਫ ਕੂਟਨੀਤਿਕ ਸਬੰਧਾਂ ਕਾਰਨ ਹੀ ਨਹੀਂ, ਰਹਿਣ ਸਹਿਣ ਦੀਆਂ ਵੱਧਦੀਆਂ ਕੀਮਤਾਂ, ਰਿਹਾਇਸ਼ੀ ਸੰਕਟ ਤੇ ਰੋਜ਼ਗਾਰ ਬਾਜ਼ਾਰ ਵਿੱਚ ਮੰਦੀ ਵੀ ਇਸ ਲਈ ਜ਼ਿੰਮੇਵਾਰ ਹੈ। ਕੋਲੇਜੀਫਾਈ ਦੇ CEO ਨੇ ਕਿਹਾ ਹੈ ਕਿ ਰਿਪੋਰਟ ਵਿੱਚ ਕਿ ਅਸੀਂ ਸਰਦ ਰੁੱਤ ਸੈਸ਼ਨ 2025 ਲਈ 50-60% ਘੱਟ ਅਰਜ਼ੀਆਂ ਦੀ ਪ੍ਰਕਿਰਿਆ ਕਰ ਰਹੇ ਹਾਂ ਅਤੇ ਇਹ ਸਮੁੱਚੇ ਬਾਜ਼ਾਰ ਦੇ ਰੁਝਾਨ ਨੂੰ ਦਰਸਾਉਂਦਾ ਹੈ। ਸਾਡੇ ਲਈ UG ਯਾਨੀ ਅੰਡਰ ਗ੍ਰੈਜੂਏਟ ਅਰਜ਼ੀਆਂ ਆਮ ਤੌਰ ਤੇ 1/4 ਹਨ। ਉਧਰ ਹੀ ਉਹਨਾਂ ਨੇ ਕਿਹਾ ਕਿ ਸਥਿਤੀ 2021-23 ਤੋਂ ਬਹੁਤ ਵੱਖਰੀ ਹੈ, ਜਦੋਂ ਕੈਨੇਡਾ ਭਾਰਤੀ ਵਿਦਿਆਰਥੀਆਂ ਲਈ ਸਭ ਤੋਂ ਪ੍ਰਸਿੱਧ ਥਾਵਾਂ ਵਿੱਚੋਂ ਇੱਕ ਸੀ। ਸਤੰਬਰ 2023 ਤੋਂ ਹਾਲਾਤ ਵਿਗੜਨੇ ਸ਼ੁਰੂ ਹੋ ਗਏ, ਜਦੋਂ ਕੈਨੇਡਾ ਸਰਕਾਰ ਨੇ 2024 ਲਈ ਵਿਦਿਆਰਥੀ ਪਰਮਿਟ ਅਰਜ਼ੀਆਂ ਵਿੱਚ 35% ਕਟੌਤੀ ਕੀਤੀ। ਇਸ ਨੇ 2025 ਅਕੈਡਮਿਕ ਸਾਲ ਲਈ ਸਟੱਡੀ ਪਰਮਿਟਾਂ ਲਈ 10% ਦੀ ਕਟੌਤੀ ਦਾ ਵੀ ਐਲਾਨ ਕੀਤਾ। ਭਾਰਤੀ ਵਿਦਿਆਰਥੀਆਂ ਅਤੇ ਮਾਪਿਆਂ ਦੀਆਂ ਚਿੰਤਾਵਾਂ ਵਿੱਚ ਇਹ ਡਰ ਵੀ ਸ਼ਾਮਲ ਹੈ ਕਿ ਮੌਜੂਦਾ ਸਥਿਤੀ ਕਾਰਨ ਵੀਜ਼ਾ ਪ੍ਰਵਾਨਗੀਆਂ ਵਿੱਚ ਦੇਰੀ ਹੋਵੇਗੀ। ਇਸ ਦੇ ਨਾਲ ਹੀ ਕੰਮ ਮਿਲਣਾ ਇੱਕ ਹੋਰ ਮਾਮਲਾ ਹੈ। ਵਿਦੇਸ਼ ਵਿੱਚ ਸਟੱਡੀ ਕੈਰੀਅਰ ਕਾਉਂਸਲਟਿੰਗ ਦੇ ਸੰਸਥਾਪਕ ਨੇ ਕਿਹਾ ਕਿ ਇੱਥੇ ਕਾਫੀ ਨੌਕਰੀਆਂ ਨਹੀਂ ਹਨ। ਪਿਛਲੇ ਸਾਲ ਦੀ ਸਿਆਸੀ ਬਿਆਨਬਾਜ਼ੀ ਨੇ ਵੀ ਵਿਦਿਆਰਥੀਆਂ ਦੇ ਸੁਰੱਖਿਆ ਪਹਿਲੂ ਤੇ ਸਵਾਲ ਖੜੇ ਕੀਤੇ ਹਨ। ਉਸਨੇ ਕਿਹਾ ਕਿ ਕੈਨੇਡਾ ਵਿੱਚ 2025 ਦੇ ਸੈਸ਼ਨ ਸੰਬੰਧੀ ਅਰਜ਼ੀਆਂ ਵਿੱਚ ਲਗਭਗ 80% ਦੀ ਕਮੀ ਆਈ ਹੈ। ਮਾਪੇ ਆਪਣੇ ਬੱਚਿਆਂ ਲਈ ਸੁਰੱਖਿਅਤ ਥਾਵਾਂ ਸੰਬੰਧੀ ਬਹੁਤ ਸਪਸ਼ਟ ਹਨ ਅਤੇ ਕੈਨੇਡਾ ਨੂੰ ਸੁਰੱਖਿਅਤ ਨਹੀਂ ਮੰਨਿਆ ਜਾਂਦਾ। ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰ ਦਾ ਭੇਤਭਰੇ ਹਾਲਾਤ ਵਿੱਚ ਕਤਲ ਕਰ ਦਿੱਤਾ ਗਿਆ ਅਤੇ ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ 44 ਸਾਲ ਦੇ ਜਸਵਿੰਦਰ ਸਿੰਘ ਢਿੱਲੋਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ। ਯੂਟਾ ਸੂਬੇ ਦੇ ਡੈਲ ਸ਼ਹਿਰ ਨੇੜੇ ਇੰਟਰਸਟੇਟ 80 ਤੇ ਹੋਏ ਕਤਲ ਤੋਂ ਪਹਿਲਾਂ ਜਸਵਿੰਦਰ ਸਿੰਘ ਨੇ ਕਥਿਤ ਤੌਰ ਤੇ ਜਸਪਿੰਦਰ ਸਿੰਘ ਦਾ 16 ਮੀਲ ਤੱਕ ਪਿੱਛਾ ਕੀਤਾ ਅਤੇ ਇੱਕ ਸੁਨਸਾਨ ਥਾਂ ਤੇ ਉਸ ਦੀ ਕਥਿਤ ਤੌਰ ਤੇ ਹੱਤਿਆ ਕਰ ਦਿੱਤੀ। ਜਸਪਿੰਦਰ ਸਿੰਘ ਕੈਲੀਫੋਰਨੀਆ ਸੂਬੇ ਵਿੱਚ ਰਹਿੰਦਾ ਸੀ, ਜਦਕਿ ਜਸਵਿੰਦਰ ਸਿੰਘ ਢਿੱਲੋਂ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿੱਚ ਰਹਿੰਦਾ ਹੈ। ਟੂਲ ਕਾਉਂਟੀ ਦੇ ਅਟਾਰਨੀ ਦਫ਼ਤਰ ਵੱਲੋਂ ਦਾਇਰ ਚਾਰਜਸ਼ੀਟ ਮੁਤਾਬਕ ਜਸਵਿੰਦਰ ਸਿੰਘ ਢਿੱਲੋਂ ਵਿਰੁੱਧ ਕਤਲ ਅਤੇ ਅਗਵਾ ਦੇ ਦੋਸ਼ ਲੱਗੇ ਹਨ। ਫਿਲਹਾਲ ਕਤਲ ਦੇ ਮਕਸਦ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਵੱਲੋਂ ਇਹ ਵੀ ਨਹੀਂ ਦੱਸਿਆ ਗਿਆ ਕਿ ਜਸਪਿੰਦਰ ਅਤੇ ਜਸਵਿੰਦਰ ਇੱਕ ਦੂਜੇ ਨੂੰ ਜਾਣਦੇ ਸਨ ਜਾਂ ਨਹੀਂ। ਜਸਪਿੰਦਰ ਸਿੰਘ ਦੇ ਕਤਲ ਬਾਰੇ ਸਭ ਤੋਂ ਪਹਿਲਾਂ ਉਸ ਦੇ ਸਾਥੀ ਡਰਾਈਵਰ ਨੂੰ ਪਤਾ ਲੱਗਾ ਜਦੋਂ ਉਸਨੇ ਟਰੱਕ ਦੇ ਸਲੀਪਿੰਗ ਏਰੀਆ ਵਿੱਚ ਜਸਪਿੰਦਰ ਸਿੰਘ ਦੀ ਲਾਸ਼ ਦੇਖੀ। ਜਸਪਿੰਦਰ ਦੇ ਟਰੱਕ ਦਾ GPS ਸਿਸਟਮ ਕੰਮ ਨਹੀਂ ਕਰ ਰਿਹਾ ਸੀ ਅਤੇ ਉਸ ਦਾ ਸਾਥੀ ਡਰਾਈਵਰ ਸਮੱਸਿਆ ਪਤਾ ਕਰਨ ਲਈ ਉਸ ਦੇ ਟਰੱਕ ਵਿੱਚ ਦਾਖਲ ਹੋਇਆ। ਦੂਜੇ ਪਾਸੇ ਜਾਂਚਕਰਤਾਵਾਂ ਨੇ ਦੱਸਿਆ ਕਿ ਡੈਲ ਸ਼ਹਿਰ ਦੇ ਸਿੰਕਲੇਅਰ ਇਲਾਕੇ ਤੋਂ CCTV ਫੁਟੇਜ ਹਾਸਲ ਕੀਤੀ ਗਈ ਅਤੇ ਜਸਪਿੰਦਰ ਸਿੰਘ ਦੇ ਸਾਥੀ ਡਰਾਈਵਰ ਦੇ ਡੈਸ਼ ਕੈਮ ਦੀ ਵੀਡੀਓ ਨੂੰ ਵੀ ਡੂੰਘਾਈ ਦੇ ਨਾਲ ਕੋਖਿਆ ਗਿਆ। ਵੀਡੀਓ ਤੋਂ ਪਤਾ ਲੱਗਦਾ ਹੈ ਕਿ ਜਸਪਿੰਦਰ ਸਿੰਘ ਦਾ ਟਰੱਕ ਵੱਡੇ ਤੜਕ ਤਕਰੀਬਨ 3:30 ਵਜੇ ਗੈਸ ਸਟੇਸ਼ਨ ਵਿੱਚ ਦਾਖਲ ਹੁੰਦਾ
ਹੈ ਅਤੇ ਇੱਕ ਚਿੱਟੇ ਰੰਗ ਦੀ ਮਰਸੀਡੀਜ਼ ਪਾਰਕਿੰਗ ਲੋਟ ਵਿੱਚ ਹੌਲੀ-ਹੌਲੀ ਅੱਗੇ ਵਧਦੀ ਨਜ਼ਰ ਆਉਂਦੀ ਹੈ। ਜਸਪਿੰਦਰ ਸਿੰਘ ਟਰੱਕ ਲੈ ਕੇ ਗੈਸ ਸਟੇਸ਼ਨ ਤੋਂ ਨਿਕਲਦਾ ਹੈ ਤਾਂ ਗੱਡੀ ਵੀ ਉਸਦੇ ਪਿੱਛੇ ਜਾਂਦੀ ਹੈ। ਕੁਝ ਦੇਰ ਬਾਅਦ ਗੱਡੀ ਵਿੱਚੋਂ ਇੱਕ ਸ਼ਖਸ ਬਾਹਰ ਨਿਕਲ ਕੇ ਜਸਪਿੰਦਰ ਸਿੰਘ ਦੇ ਟਰੱਕ ਵੱਲ ਵੱਧਦਾ ਹੈ। ਜਾਂਚਕਰਤਾਵਾਂ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ ਲਈ ਜਸਪਿੰਦਰ ਸਿੰਘ ਦਾ GPS ਡਾਟਾ ਹਾਸਲ ਕੀਤਾ, ਜਿਸ ਤੋਂ ਪਤਾ ਲੱਗਾ ਕਿ ਉਹ ਗੈਸ ਸਟੇਸ਼ਨ ਤੋਂ ਇੰਟਰਸਟੇਟ 80 ਤੇ ਚੜ੍ਹ ਗਿਆ ਅਤੇ ਡੈਲ ਦੇ ਪੂਰਬ ਵੱਲ ਇੱਕ ਮੋੜਿਆ। ਇਸ ਮਗਰੋਂ ਟਰੱਕ ਵਾਪਸ ਆਇਆ ਅਤੇ ਪੱਛਮ ਵੱਲ ਚਲਾ ਗਿਆ। ਟਰੱਕ ਮੁੜ ਡੈਲ ਸ਼ਹਿਰ ਵਿੱਚ ਆਉਂਦਾ ਹੈ ਅਤੇ ਇੱਕ ਰੈਪ ਤੇ ਖੜਾ ਹੋ ਜਾਂਦਾ ਹੈ। ਸਿਰਫ ਇੰਨਾ ਹੀ ਨਹੀਂ, ਜਸਪਿੰਦਰ ਸਿੰਘ ਦਾ ਟਰੱਕ ਅਤੇ ਚਿੱਟੀ ਮਰਸੀਡੀਜ਼ ਨੂੰ ਯੂਟਾਹ ਅਤੇ ਨੇਵਾਡਾ ਦੇ ਬਾਰਡਰ ਤੇ ਲੱਗੇ ਕੈਮਰੇ ਵਿੱਚ ਵੀ ਦੇਖਿਆ ਗਿਆ, ਜਦਕਿ ਕਈ ਘੰਟੇ ਪਹਿਲਾਂ ਵੈਲਜ਼ ਦੇ ਗੈਸ ਸਟੇਸ਼ਨ ਤੇ ਵੀ ਟਰੱਕ ਅਤੇ ਚਿੱਟੀ ਮਰਸੀਡੀਜ਼ ਨਜ਼ਰ ਆਈ ਸੀ। ਤਿੰਨੋਂ ਮੌਕਿਆਂ ਤੇ ਚਿੱਟੀ ਮਰਸੀਡੀਜ਼ ਜਸਪਿੰਦਰ ਸਿੰਘ ਦੇ ਟਰੱਕ ਦਾ ਪਿੱਛਾ ਕਰ ਰਹੀ ਸੀ। ਪੁਲਿਸ ਨੇ ਲਾਇਸੈਂਸ ਪਲੇਟ ਦੇ ਆਧਾਰ ਤੇ ਪਤਾ ਕੀਤਾ ਤਾਂ ਗੱਡੀ ਜਸਵਿੰਦਰ ਸਿੰਘ ਢਿੱਲੋਂ ਦੇ ਨਾਂ ਦਰਜ ਸੀ ਅਤੇ ਗੱਡੀ ਚਲਾ ਰਹੇ ਸ਼ਖਸ ਦੀ ਸਰੀਰਕ ਬਣਤਰ ਵੀ ਜਸਵਿੰਦਰ ਸਿੰਘ ਢਿੱਲੋਂ ਨਾਲ ਮੇਲ ਖਾ ਗਏ। ਮੁੱਢਲੀ ਜਾਂਚ ਮੁਕੰਮਲ ਹੋਣ ਮਗਰੋਂ ਜਸਵਿੰਦਰ ਸਿੰਘ ਢਿੱਲੋਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਮੁਸ਼ਕਲਾਂ 'ਚ ਹੋਰ ਵਾਧਾ ਕਰਦਿਆਂ 4 ਮੰਤਰੀਆਂ ਨੇ ਮੁੜ ਚੋਣਾਂ ਨਾ ਲੜਨ ਦਾ ਮਨ ਬਣਾ ਲਿਆ। ਮੀਡੀਆ ਰਿਪੋਰਟਾਂ ਮੁਤਾਬਕ ਮੰਤਰੀਆਂ ਵੱਲੋਂ ਲਏ ਫੈਸਲੇ ਸਦਕਾ ਕੈਨੇਡਾ ਦੇ ਪ੍ਰਧਾਨ ਮੰਤਰੀ ਆਪਣੇ ਮੰਤਰੀ ਮੰਡਲ ਵਿੱਚ ਰੱਦੋ-ਬਦਲ ਕਰਨ ਲਈ ਮਜਬੂਰ ਹੋ ਜਾਣਗੇ ਅਤੇ ਚੋਣਾਂ ਮੌਕੇ ਨਵੇਂ ਉਮੀਦਵਾਰਾਂ ਦੀ ਭਾਲ ਵੀ ਕਰਨੀ ਹੋਵੇਗੀ। 2 ਜ਼ਿਮਨੀ ਚੋਣਾਂ ਵਿੱਚ ਹੋਈ ਹਾਰ ਅਤੇ 30 MPs ਵੱਲੋਂ ਬਗਾਵਤ ਦੀਆਂ ਕੰਸੋਆਂ ਦਰਮਿਆਨ ਤਾਜ਼ਾ ਘਟਨਾਕ੍ਰਮ ਲਿਬਰਲ ਪਾਰਟੀ ਲਈ ਨਵੀਆਂ ਚੁਣੌਤੀਆਂ ਪੈਦਾ ਕਰ ਰਿਹਾ ਹੈ। ਦੱਖਣੀ ਓਨਟਾਰੀਓ ਲਈ ਆਰਥਿਕ ਵਿਕਾਸ ਮੰਤਰੀ ਫਿਲੋਮੀਨਾ ਟੈਸੀ ਅਤੇ ਨੌਰਦਰਨ ਅਫੇਅਰਸ ਮਿਨਿਸਟਰ ਡੈਨ ਵੈਂਡਲ ਨੇ ਸਾਫ਼ ਤੌਰ ਤੇ ਪ੍ਰਧਾਨ ਮੰਤਰੀ ਨੂੰ ਦੱਸ ਦਿੱਤਾ ਕਿ ਉਹ ਮੁੜ ਚੋਣ ਨਹੀਂ ਲੜਨਗੇ। ਦੋਵੇਂ MP ਪਹਿਲੀ ਵਾਰ 2015 ਵਿੱਚ ਚੁਣੇ ਗਏ ਸਨ ਅਤੇ ਵੈਂਡਲ ਨੂੰ 2019 ਵਿੱਚ ਉੱਤਰੀ ਮਾਮਲਿਆਂ ਬਾਰੇ ਮੰਤਰੀ ਨਾਮਜ਼ਦ ਕੀਤਾ ਗਿਆ। ਦੂਜੇ ਪਾਸੇ ਫਿਲੋਮੀਨਾ ਟੈਸੀ 2018 ਤੋਂ ਟਰੂਡੋ ਮੰਤਰੀ ਮੰਡਲ ਵਿੱਚ ਕਈ ਮਹਿਕਮੇ ਸੰਭਾਲ ਚੁੱਕੀ ਹੈ। ਇਨ੍ਹਾਂ 2 ਮੰਤਰੀਆਂ ਤੋਂ ਇਲਾਵਾ ਨੈਸ਼ਨਲ ਰੈਵਨਿਊ ਮਿਨਿਸਟਰ ਮੈਰੀ ਕਲੋਡ ਬੀਬੋ ਅਤੇ ਖੇਡ ਮੰਤਰੀ ਕਾਰਲਾ ਨੇ ਵੀ ਸੰਭਾਵਤ ਤੌਰ ਤੇ ਸਿਆਸਤ ਤੋਂ ਸੰਨਿਆਸ ਲੈਣ ਦਾ ਮਨ ਬਣਾ ਲਿਆ। ਇਹ ਦੋਵੇਂ 2015 ਤੋਂ ਮੰਤਰੀ ਮੰਡਲ ਵਿੱਚ ਸ਼ਾਮਲ ਹਨ ਅਤੇ ਸੂਤਰਾਂ ਮੁਤਾਬਿਕ ਮੁੜ ਚੋਣ ਨਹੀਂ ਲੜਨਗੀਆਂ। ਇੱਥੇ ਦੱਸਣਾ ਬਣਦਾ ਹੈ ਕਿ ਕਾਰਲਾ ਨੇ ਪਿਛਲੇ ਦਿਨੀ ਆਖਿਆ ਸੀ ਕਿ ਉਹ ਮੁੜ ਚੋਣ ਲੜਨ ਦੀ ਯੋਜਨਾ ਬਣਾ ਰਹੇ ਹਨ, ਪਰ ਕੁਝ ਸਮੇਂ ਵਿੱਚ ਉਹਨਾਂ ਦਾ ਮਨ ਬਦਲ ਗਿਆ ਮਹਿਸੂਸ ਹੁੰਦਾ ਨਜ਼ਰ ਆ ਰਿਹਾ। ਸੂਤਰਾਂ ਨੇ ਇਹ ਵੀ ਦੱਸਿਆ ਕਿ ਕਈ ਹਫ਼ਤੇ ਪਹਿਲਾਂ ਹੀ 4 ਮੰਤਰੀਆਂ ਵੱਲੋਂ ਸਿਆਸਤ ਛੱਡਣ ਦੇ ਸੰਕੇਤ ਦੇ ਦਿੱਤੇ ਗਏ ਸਨ। ਫਿਲੋਮੀਨਾ ਟੈਸੀ ਦੇ ਪਤੀ ਨੂੰ 2 ਵਾਰ ਦਿਲ ਦਾ ਦੌਰਾ ਪੈਣ ਮਗਰੋਂ 2022 ਵਿੱਚ ਫਿਲੋਮੀਨਾ ਦੀ ਗੁਜ਼ਾਰਿਸ਼ ਤੇ ਦੱਖਣੀ ਓਨਟਾਰੀਓ ਨਾਲ ਸੰਬੰਧਿਤ ਮੰਤਰੀ ਬਣਾ ਦਿੱਤਾ ਗਿਆ ਤਾਂ ਕਿ ਉਹ ਆਪਣੇ ਘਰ ਨੇੜੇ ਵੱਧ ਤੋਂ ਵੱਧ ਸਮਾਂ ਗੁਜ਼ਾਰ ਸਕਣ। ਫਿਲੋਮੀਨਾ ਨੇ ਕਿਹਾ ਕਿ ਉਹਨਾਂ ਨੂੰ ਜਸਟਿਨ ਟਰੂਡੋ ਦੀ ਲੀਡਰਸ਼ਿਪ ਤੇ ਪੂਰਾ ਯਕੀਨ, ਪਰ ਘਰੇਲੂ ਸਮੱਸਿਆਵਾਂ ਕਾਰਨ ਉਹ ਸਿਆਸਤ ਤੋਂ ਦੂਰ ਰਹਿ ਰਹੇ ਹਨ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਸ਼ੇਮਸ ਓ'ਰੀਗਨ ਅਤੇ ਪਾਬਲੋ ਵੀ ਮੰਤਰੀ ਮੰਡਲ ਛੱਡ ਚੁੱਕੇ ਹਨ, ਜਦਕਿ ਕੈਰੋਲੀਨ ਬੈਨੇਟ, ਡੇਵਿਡ ਲਾਮੇਟੀ ਅਤੇ ਮਾਰਕੋ ਗਾਰਨੋ ਸਨੇ ਲਿਬਰਲ MP ਟਰੂਡੋ ਤੋਂ ਦੂਰ ਹੋ ਚੁੱਕੇ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਨੇ 2024 ਦੀਆਂ ਚੋਣਾਂ ਲਈ ਵੋਟ ਪਾਈ। ਕਾਰਟਰ ਸੈਂਟਰ ਨੇ ਇੱਕ ਬਿਆਨ 'ਚ ਪੁਸ਼ਟੀ ਕੀਤੀ ਕਿ ਸਾਬਕਾ ਰਾਸ਼ਟਰਪਤੀ ਨੇ ਡਾਕ ਰਾਹੀਂ ਵੋਟ ਪਾਈ। ਸਿਰਫ 2 ਹਫ਼ਤੇ ਪਹਿਲਾਂ ਕਾਰਟਰ ਨੇ ਪਲੇਨਸ ਜਾਰਜੀਆ 'ਚ ਆਪਣੇ ਘਰ 'ਚ ਆਪਣਾ 100ਵਾਂ ਜਨਮ ਦਿਨ ਮਨਾਇਆ ਸੀ। ਉਹ ਇੱਥੇ ਹਾਸਪਾਈਸ ਕੇਅਰ 'ਚ ਰਹਿੰਦੇ ਹਨ। ਉਹਨਾਂ ਦੇ ਬੇਟੇ ਚਿਪ ਕਾਰਟਰ ਨੇ ਪਰਿਵਾਰਕ ਸਮਾਰੋਹ ਤੋਂ ਪਹਿਲਾਂ ਕਿਹਾ ਕਿ ਉਹਨਾਂ ਦੇ ਪਿਤਾ ਨੂੰ ਚੋਣ ਯਾਦ ਹੈ। ਉਹ ਨਵੀਨਤਮ ਘਟਨਾਵਾਂ ਤੇ ਪੂਰੀ ਤਰ੍ਹਾਂ ਅਪ ਟੂ ਡੇਟ ਰਹਿੰਦੇ ਹਨ। ਉਸ ਨੇ ਦੱਸਿਆ ਕਿ ਮੈਂ 2 ਮਹੀਨੇ ਪਹਿਲਾਂ ਉਹਨਾਂ ਨੂੰ ਪੁੱਛਿਆ ਸੀ ਕਿ ਉਹ 100 ਤੱਕ ਜਿਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਮੈਂ ਕਮਲਾ ਹੈਰਿਸ ਨੂੰ ਵੋਟ ਪਾਉਣ ਦੇ ਲਈ ਜੀਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਕਾਰਟਰ ਸੈਂਟਰ ਦੇ ਇੱਕ ਸੰਖੇਪ ਬਿਆਨ 'ਚ ਕਿਹਾ ਗਿਆ ਕਿ ਇਸ ਕੋਲ ਸਾਂਝਾ ਕਰਨ ਲਈ ਕੋਈ ਹੋਰ ਵੇਰਵੇ ਨਹੀਂ ਹਨ। ਰਾਜ ਦੇ ਸਕੱਤਰ ਬ੍ਰੈਟ ਨੇ ਕਿਹਾ ਕਿ ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਜਾਰਜੀਆ ਦੇ ਰਜਿਸਟਰਡ ਵੋਟਰ ਰਿਕਾਰਡ ਸੰਖਿਆ 'ਚ ਬਾਹਰ ਆ ਰਹੇ ਹਨ। ਉਧਰ ਹੀ ਬੁੱਧਵਾਰ ਦੁਪਹਿਰ ਤੱਕ ਲਗਭਗ 4,60,000 ਲੋਕਾਂ ਨੇ ਵਿਅਕਤੀਗਤ ਤੌਰ ਤੇ ਜਾਂ ਡਾਕ ਰਾਹੀਂ ਵੋਟ ਪਾਈ ਸੀ। ਜੇ ਕਾਰਟਰ 5 ਨਵੰਬਰ ਨੂੰ ਚੋਣ ਵਾਲੇ ਦਿਨ ਨਹੀਂ ਬਚਦਾ ਹੈ ਤਾਂ ਵੀ ਉਸ ਦੀ ਵੋਟ ਦੀ ਗਿਣਤੀ ਕੀਤੀ ਜਾਵੇਗੀ। ਇਸ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਮਿਲੀ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।